ਅੱਜ ਜਿਹੜੀ ਗੁਰਦੁਆਰਿਆਂ 'ਚ ਗੰਦਗੀ ਹੈ ਉਹ ਰਾਜਨੀਤੀ ਦੀ ਹੈ। ਪਹਿਲੀ ਗੱਲ ਤੇ ਗੁਰਦੁਆਰੇ 'ਚ ਇਲੈਕਸ਼ਨ ਦਾ ਕੰਮ ਕੋਈ ਨਹੀਂ। ਨੰਬਰ 2, ਜੇ ਸਾਡੇ ਗੱਲ ਪੈ ਗਈ ਹੈ ਤੇ ਸਾਡੇ ਸਿੱਖਾਂ ਨੂੰ ਚਾਹੀਦਾ ਹੈ ਕਿ ਇਸ ਇਲੈਕਸ਼ਨ ਨੂੰ ਸਿੱਖ ਲੜਨ, ਧਾਰਮਿਕਤਾ ਲੜੇ, ਨਾ ਕਿ ਸਿਆਸੀ ਲੋਕ ਲੜਨ। ਗੁਰਦੁਆਰਿਆਂ ਦੇ ਵਿੱਚੋਂ ਸਭ ਤੋਂ ਪਹਿਲਾ ਕੰਮ ਸਿਆਸੀ ਦਖਲਅੰਦਾਜ਼ੀ ਬੰਦ ਕਰਨੀ। ਜਦੋਂ ਸਿਆਸੀ ਦਖਲਅੰਦਾਜ਼ੀ ਬੰਦ ਹੁੰਦੀ ਹੈ ਤੇ ਫਿਰ ਗੋਲਕ ਚੋਰੀ ਤੇ ਕਮਿਸ਼ਨ ਵੀ ਬੈਠਦਾ ਹੈ। ਇਹ ਕਿਹੋ ਜੀ ਮਲਕ ਭਾਗੋ ਵਾਲੀ ਸੇਵਾ ਆ ਵੀ ਲੋਕਾਂ ਦੇ ਗਲ ਵੱਢਣੇ ਨੇ ਤੇ ਦੂਜੇ ਬੰਨੇ ਲੰਗਰ ਲਾ ਕੇ ਵਿਖਾਉਣੇ। ਇਹ ਜੋ ਕੁਝ ਕਰ ਰਹੇ ਨੇ ਨਾ, ਇਹ ਸਿੱਖ ਨੀਤੀ ਤੋਂ ਬੁਖਲਾਏ ਹੋਏ ਕਰ ਰਹੇ ਆ। ਔਰ ਆਉਣ ਵਾਲੇ ਦਿਨਾਂ 'ਚ ਇਹਦਾ ਸੱਚ ਵੀ ਤੁਹਾਡੇ ਸਾਹਮਣੇ ਲਿਆਵਾਂਗੇ ਕਿ ਸੱਚਾਈ ਕੀ ਹੈ। ਚੋਣਾਂ ਆਈਆਂ, ਹਸਪੀਟਲ ਖੋਲ੍ਹਤੇ, ਚੋਣਾਂ ਆਈਆਂ MRI ਕਰਾਤੀ, ਚੋਣਾਂ ਆਈਆਂ ਉੱਥੇ ਲੰਗਰ ਸ਼ੁਰੂ ਕਰ ਦਿੱਤੇ, ਚੋਣਾਂ ਆਈਆਂ ਉੱਥੇ ਜ਼ਮਾਨਤਾਂ ਤੇ ਪਹੁੰਚ ਗਏ। ਦਿੱਲੀ ਕਮੇਟੀ ਦਾ ਪ੍ਰਧਾਨ ਆਟਾ ਵੇਚਦਾ ਫੜਿਆ ਗਿਆ। ਸ਼੍ਰੋਮਣੀ ਕਮੇਟੀ ਉੱਥੇ ਬਾਦਲ ਕੇ 12 ਲੱਖ ਦੀ ਸਬਜ਼ੀ ਖਾ गए। आप देख रहे हैं नवोदय टाइम्स पंजाब केसरी टीवी। दिल्ली सिख गुरुद्वारा मैनेजमेंट कमेटी के चुनाव की तैयारी हो चुकी है। लगातार जो धार्मिक पार्टियां हैं वो अपनी आजमाइश कर रही हैं, लेकिन लगातार जिस तरीके से शिरोमणि अकाली दल बादल और शिरोमणि अकाली दल दिल्ली इस जो चुनाव में भागीदारी अपनाती थी, लेकिन इस बार जो है नई पार्टियां भी सामने आई हैं। चाहे वो जागो पार्टी की बात करें, चाहे वो जो अकाल साई है उस पार्टी की बात करें, चाहे वो पंथक सेवा दल उसकी पार्टी की बात करें, लेकिन एक जो है जो बलदेव सिंह वडाला जी हैं उनकी भी एक पार्टी है, वो इस वक्त हमारे साथ मौजूद हैं। सर, चुनाव का आगाज हो चुका है, आप लोग किस तरीके से तैयार हैं? ਅਸੀਂ ਸਿੱਖ ਸਦਭਾਵਨਾ ਦਲ ਵੱਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਉਵੇਂ ਹੀ ਸ਼ੁਰੂ ਕੀਤੀ ਹੈ, ਤਿਆਰੀ ਕੀਤੀ ਹੈ ਜਿਵੇਂ ਸ਼ਹੀਦ ਭਾਈ ਲਛਮਣ ਸਿੰਘ ਸਾਕਾ ਨਨਕਾਣਾ ਸਾਹਿਬ ਨੇ 100 ਸਾਲ ਪਹਿਲਾਂ ਕੀਤੀ ਸੀ। ਔਰ ਗੁਰਦੁਆਰਿਆਂ ਵਿੱਚੋਂ ਨਰੈਣੂ ਕੱਢੇ, ਨਰੈਣੂ ਭਜਾਈਏ, ਪੰਥ ਰੁਸ਼ਨਾਈਏ ਦਾ ਹੋਕਾ ਦਿੱਤਾ ਸੀਗਾ। ਉਹੀ ਅੱਜ ਅਸੀਂ ਦੇ ਰਹੇ ਹਾਂ, ਕਿਉਂਕਿ ਨਰੈਣੂ ਦਾ ਕੰਮ ਸੀ ਸਿਆਸੀ ਲੋਕਾਂ ਨਾਲ ਮਿਲ ਕੇ ਧਾਰਮਿਕ ਵਿੰਗ ਖੜੇ ਕਰਨੇ, ਸਿਆਸੀ ਲੋਕਾਂ ਦੀ ਕਠਪੁਤਲੀ ਬਣ ਕੇ ਸਿੱਖੀ ਸਿਧਾਂਤਾਂ ਦਾ ਘਾਣ ਕਰਨਾ, ਗੁਰੂ ਦੀਆਂ ਗੋਲਕਾਂ, ਗੁਰੂ ਘਰ ਦੇ ਸਰਮਾਏ ਨੂੰ ਸੰਨ ਲਾਉਣੀ। ਉਹਨੇ ਲਾਈ, ਜਿਹਨੂੰ ਨਾਮ ਬਰਦਾਸ਼ਤ ਕਰਦਿਆਂ ਸ਼ਹੀਦ ਭਾਈ ਲਛਮਣ ਸਿੰਘ ਸਾਕਾ ਨਨਕਾਣਾ ਸਾਹਿਬ ਵਾਲਿਆਂ ਨੇ ਉਸ ਗੰਦਗੀ ਦਾ ਸਫਾਇਆ ਕੀਤਾ। ਅੱਜ ਜਿਹੜੀ ਗੁਰਦੁਆਰਿਆਂ 'ਚ ਗੰਦਗੀ ਹੈ ਉਹ ਰਾਜਨੀਤੀ ਦੀ ਹੈ। ਅੱਜ ਜਿੰਨੀਆਂ ਤੁਸੀਂ ਪਾਰਟੀਆਂ ਗਿਣਾ ਰਹੇ ਹੋ, ਇਹ ਧਾਰਮਿਕ ਥੋੜ੍ਹਾ ਹੈ, ਇਹ ਸਿਆਸੀ ਨੇ, ਜੋ ਸਿਆਸੀ ਲੋਕਾਂ ਦੀਆਂ ਬੁੱਕਲ 'ਚੋਂ ਨਿਕਲੀਆਂ ਹੋਈਆਂ ਹੈ। ਔਰ ਜੇ ਵੇਖਿਆ ਜਾਏ ਤਾਂ ਚੋਣ ਧਾਰਮਿਕ ਹੈ। ਪਹਿਲੀ ਗੱਲ ਤੇ ਗੁਰਦੁਆਰੇ 'ਚ ਇਲੈਕਸ਼ਨ ਦਾ ਕੰਮ ਕੋਈ ਨਹੀਂ। ਨੰਬਰ 2, ਜੇ ਸਾਡੇ ਗੱਲ ਪੈ ਗਈ ਹੈ ਤੇ ਸਾਡੇ ਸਿੱਖਾਂ ਨੂੰ ਚਾਹੀਦਾ ਹੈ ਕਿ ਇਸ ਇਲੈਕਸ਼ਨ ਨੂੰ ਸਿੱਖ ਲੜਨ, ਧਾਰਮਿਕਤਾ ਲੜੇ, ਨਾ ਕਿ ਸਿਆਸੀ ਲੋਕ ਲੜਨ। ਹੁਣ ਜੇ ਬਲਜਿੰਦਰ ਸਿੰਘ ਸਿਰਸਾ ਲੜ ਰਹੇ ਤਾਂ ਉਹ ਕੌਣ ਨੇ? BJP ਦੇ MLA। ਜੇ ਤੁਸੀਂ ਹੋਰ ਕਿਸੇ ਦੀ ਗੱਲ ਕਰਦੇ ਹੋ ਤਾਂ ਉਹ ਵੀ ਉਹਨਾਂ ਦੀਆਂ ਬੁੱਕਲਾਂ 'ਚੋਂ ਨਿਕਲੇ ਹੋਏ ਆ। ਇਸ ਲਈ ਸਿੱਖ ਸਦਭਾਵਨਾ ਦਲ ਨਰੋਲ ਧਾਰਮਿਕ ਹੈ, ਸੀ ਤੇ ਰਹਿਣਾ। ਔਰ ਇਹ ਗੁਰੂ ਰਾਮਦਾਸ ਜੀ ਦੀ ਬੁੱਕਲ 'ਚੋਂ ਨਿਕਲ ਕੇ ਆਇਆ, ਜਿਹਦਾ ਇੱਕੋ ਹੀ ਟੀਚਾ ਹੈ ਕਿ ਗੁਰਦੁਆਰਾ ਸਿਸਟਮ ਨੂੰ ਇਸ ਗੰਦੀ ਸਿਆਸਤ ਕਰਨ ਵਾਲੇ ਲੋਕਾਂ ਤੋਂ ਮੁਕਤ ਕਰਨਾ। ਔਰ ਉਹੀ ਤਿਆਰੀ ਜਿਹੜੀ 100 ਸਾਲ ਪਹਿਲਾਂ ਸੀ, ਅੱਜ 100 ਸਾਲ ਬਾਅਦ ਮੁੜ ਪੰਥ ਰੁਸ਼ਨਾਈਏ, ਨਰੈਣੂ ਭਜਾਈਏ, ਸਿੱਖ ਨੀਤੀ ਲਿਆਈਏ ਤੇ ਰਾਜਨੀਤਿਕ ਲੋਕਾਂ ਨੂੰ ਗੁਰੂ ਘਰਾਂ 'ਚੋਂ ਬਾਹਰ ਕਰੀਏ। ਅਸੀਂ ਬਦਲਾ ਨਹੀਂ, ਬਦਲਾ ਲਿਆਵਾਂਗੇ, ਇਹ ਸਾਡੀ ਤਿਆਰੀ ਹੈ। वो कैसे बदलाव लेके आओगे? क्योंकि लगातार पिछले जो चुनाव आपने लड़े थे, पिछले 2017 में जब चुनाव हुए थे उस टाइम भी आपने पता नहीं कि मेरे हिसाब से 10 सीटों पर आपने चुनाव लड़े थे। उन चुनाव में आपके जो उम्मीदवार थे उनकी जमानत तब जब्त हो गई थी। ਤੁਹਾਨੂੰ ਕਿਹਨੇ ਕਹਿਤਾ ਜ਼ਮਾਨਤ ਜ਼ਬਤ ਹੋ ਗਈ? ਉਹਦਾ ਅੰਕੜਾ ਪੜੋ ਨਾ, ਜੇ ਨਹੀਂ ਹੈਗਾ ਤੇ ਮੇਥੋਂ ਲੈ ਲਓ। ਉਹਦੇ ਵਿੱਚ 28 ਸੀਟਾਂ ਲੜੀਆਂ ਸੀ। 28 ਸੀਟਾਂ ਦੇ ਵਿੱਚ ਤੁਸੀਂ ਦੇਖੋ ਜਾ ਕੇ 33% ਵੋਟ ਪੈਂਦੇ ਨੇ ਔਰ 8.5% ਵੋਟ ਸਾਨੂੰ ਮਿਲਦੇ। 7 ਬੰਦੇ ਸਾਡੇ ਦੂਜੇ ਨੰਬਰ 'ਤੇ ਵੀ ਆਉਂਦੇ। ਔਰ ਇੱਥੋਂ ਤੱਕ ਕਿ ਦਿੱਲੀ ਦੇ ਸੂਝਵਾਨ ਸਿੱਖਾਂ ਨੇ ਸਾਡੀ 15 ਦਿਨਾਂ ਦੀ ਤਿਆਰੀ 'ਚ 8.5% ਵੋਟ ਪਾ ਕੇ ਸਾਨੂੰ ਇਹਨਾਂ ਦੇ ਸਾਹਮਣੇ ਖੜਾ ਕਰ ਦਿੱਤਾ। ਇਹਦਾ ਸਰਵੇਖਣ ਕਰੋ ਤਾਂ ਇਹ ਸਮਝ ਆਉਂਦਾ ਹੈ ਕਿ ਭਵਿੱਖ ਸਾਡਾ ਹੈ। ਔਰ 15 ਦਿਨਾਂ ਦੇ ਵਿੱਚ ਕਿੰਨੀ ਤਿਆਰੀ ਕਰ ਸਕਦੇ ਹੋ? बहुत घट होंदी है। अच्छा, बदलाव कैसे करोगे आप? बदलाव की आपने बात कही है, बदलाव कैसे करोगे? बदलाव ਅਸੀਂ ਇਸ ਤਰ੍ਹਾਂ ਕਰਾਂਗੇ ਕਿ ਦਿੱਲੀ ਦੇ ਸਿੱਖਾਂ ਨੂੰ ਅਪੀਲ ਕਰ ਰਹੇ ਹਾਂ, ਬੇਨਤੀ ਕਰ ਰਹੇ ਹਾਂ, ਆਓ ਸਾਡਾ ਸਾਥ ਦਿਓ, ਸਿੱਖ ਸਦਭਾਵਨਾ ਦਲ ਨੂੰ ਅੱਗੇ ਲੈ ਕੇ ਆਓ,
ਤਾਂ ਜੋ ਗੁਰਦੁਆਰਿਆਂ ਦੇ ਵਿੱਚੋਂ ਸਭ ਤੋਂ ਪਹਿਲਾ ਕੰਮ ਸਿਆਸੀ ਦਖਲਅੰਦਾਜ਼ੀ ਬੰਦ ਕਰਨੀ। ਜਦੋਂ ਸਿਆਸੀ ਦਖਲਅੰਦਾਜ਼ੀ ਬੰਦ ਹੁੰਦੀ ਹੈ ਤੇ ਫਿਰ ਗੋਲਕ ਚੋਰੀ ਤੇ ਕਮਿਸ਼ਨ ਵੀ ਬੈਠਦਾ ਹੈ, ਫਿਰ ਗੁਰੂ ਸਿਧਾਂਤ ਬਹਾਲ ਹੁੰਦੇ ਨੇ। ਫਿਰ ਆ ਜਿਹੜੀ ਪੜ੍ਹਾਈ ਦਵਾਈ 10 ਰੁਪਈਆਂ 'ਚ ਬੱਚੇ ਪੜ੍ਹਦੇ ਨੇ, ਅੱਜ ਇੱਥੇ ਟੀਚਰ ਧੱਕੇ ਖਾ ਰਹੇ ਤਨਖਾਹਾਂ ਲਈ, ਪਰ ਅਸੀਂ 10 ਰੁਪਈਆਂ 'ਚ ਤੁਹਾਨੂੰ ਨਿਆਣੇ ਵੀ ਪੜ੍ਹਾ ਕੇ ਦਿਆਂਗੇ ਤੇ ਟੀਚਰਾਂ ਦਾ ਵੀ ਖਿਆਲ ਰੱਖਾਂਗੇ, ਮੈਡੀਕਲ ਵੀ ਦਿਆਂਗੇ ਤੇ ਬਾਕੀ ਵੀ ਸਾਰਾ ਕੁਝ ਕਰਾਂਗੇ। ਇਹ ਬਦਲਾਅ ਲਿਆਵਾਂਗੇ ਔਰ ਵੋਟ ਕਰਕੇ ਲਿਆਵਾਂਗੇ, क्योंकि वोट ताकत है। आपने दवाई की बात करी, लेकिन दिल्ली सिख गुरुद्वारा मैनेजमेंट कमेटी पिछले दिनों, चाहे वो डिस्पेंसरी की बात हो, कम सस्ते रेट में दवाई उपलब्ध कराना हो, चाहे वो अभी जो है डायलिसिस मशीन फ्री में चलाने की बात हो बाला साहिब गुरुद्वारा के अंदर, और हाल ही में जिस तरीके से गुरुद्वारा बंगला साहिब में सीटी स्कैन और जो MRI की मशीन लगाई गई है, क्या ये जो गुरुद्वारा प्रबंधक कमेटी ने काम किया है, ये इसको आप इसकी तारीफ़ नहीं करोगे? ਇਹ ਮੈਂ ਕਹਾਂਗਾ ਕਿ ਜੋ ਕੁਛ ਇਹ ਕਰ ਰਹੇ ਨੇ, ਇੱਕ ਵੋਟਾਂ ਨੂੰ ਮੁੱਖ ਰੱਖ ਕੇ ਕਰ ਰਹੇ ਨੇ ਆ 2021 ਦੀਆਂ ਚੋਣਾਂ ਨੂੰ। ਦੂਸਰੀ ਗੱਲ, ਇਹਨਾਂ ਨੂੰ 40 ਸਾਲ ਤੋਂ ਚੇਤਾ ਨਹੀਂ ਆਇਆ ਇਸ ਗੱਲ ਦਾ। ਇਹ ਸਿੱਖ ਸਦਭਾਵਨਾ ਦਲ ਤੋਂ ਡਰੇ ਹੋਏ ਆ ਕਿ ਅਸੀਂ ਕਹਿ ਰਹੇ ਹਾਂ ਵੀ ਦਵਾਈ ਵੀ ਦਿਆਂਗੇ, ਪੜ੍ਹਾਈ ਵੀ ਦਿਆਂਗੇ ਤੇ ਕਮਾਈ ਵੀ ਦਿਆਂਗੇ। ਇਹਨਾਂ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਕਾਹਲੀ 'ਚ ਸਾਰਾ ਕੁਝ ਕੀਤਾ। 40 ਸਾਲ ਤੋਂ ਤਾਂ ਤੁਹਾਡੇ ਤੋਂ ਇਹ ਬਣੇ ਨਹੀਂ ਆ, 3 ਮਹੀਨਿਆਂ 'ਚ ਕਿਵੇਂ ਬਣ ਗਏ? ਇਹ ਇੱਕ ਸਟੰਟ ਆ ਔਰ ਇਹਦੇ ਵਿੱਚ ਸੱਚਾਈ ਕੀ ਹੈ? ਆਉਣ ਵਾਲੇ ਦਿਨਾਂ 'ਚ ਇਹ ਵੀ ਸੱਚਾਈ ਤੁਹਾਡੇ ਮੀਡੀਆ ਦੇ ਸਾਹਮਣੇ ਲਿਆਵਾਂਗੇ ਵੀ ਇਹਦੇ ਅੰਦਰ ਕੀ ਹੈ ਔਰ ਬਾਹਰ ਕੀ ਹੈ। ਇੱਕ ਬੰਨੇ ਇਹੀ ਕਹਿ ਰਹੇ ਨੇ ਕਿ ਤੁਸੀਂ 50 ਰੁਪਈਆਂ 'ਚ MRI ਕਰਾਓ ਫ੍ਰੀ, ਉੱਥੇ ਕਾਊਂਟਰੀ ਹੈ ਨਹੀਂ। ਆਹ ਲੋਕ ਧੱਕੇ ਕਿਉਂ ਖਾ ਰਹੇ? ਇਹਨਾਂ ਦਾ ਕਿਉਂ ਤੁਸੀਂ ਗਲ ਵੱਢ ਰਹੇ ਹੋ? ਤੁਸੀਂ ਇਹ ਕਿਹੋ ਜੀ ਮਲਕ ਭਾਗੋ ਵਾਲੀ ਸੇਵਾ ਆ ਵੀ ਲੋਕਾਂ ਦੇ ਗਲ ਵੱਢਣੇ ਨੇ ਤੇ ਦੂਜੇ ਬੰਨੇ ਲੰਗਰ ਲਾ ਕੇ ਵਿਖਾਉਣੇ ਆ? ਤੇ ਗੁਰੂ ਨਾਨਕ ਨੇ ਸਾਹਿਬ ਨੇ ਕਿਹਾ ਸੀ, ਆ ਮਲਕ ਭਾਗੋ ਜਾਂ ਤਾਂ ਰਿਸ਼ਵਤਾਂ ਚੋਰੀਆਂ ਠੱਗੀਆਂ ਛੱਡ ਦੇ, ਜਾਂ ਫਿਰ ਆ ਵਿਖਾਵੇ ਛੱਡ ਦੇ ਜਿਹੜੇ ਤੂੰ ਕਰ ਰਿਹਾ। ਔਰ ਇਹ ਆਉਣ ਵਾਲੇ ਦਿਨਾਂ 'ਚ ਨੰਗੇ ਕਰਾਂਗੇ। ਪੜ੍ਹਾਈ ਦੀ ਗੱਲ ਵੀ ਸਿੱਖ ਸਦਭਾਵਨਾ ਦਲ ਨੇ ਤੋਰੀ ਸੀ, ਇਹਨਾਂ ਨੂੰ ਮਜਬੂਰਨ ਕਰਨੀ ਪੈਣੀ ਹੈ 10 ਰੁਪਈਆਂ 'ਚ। ਦਵਾਈ ਦੀ ਗੱਲ ਵੀ ਸਿੱਖ ਸਦਭਾਵਨਾ ਦਲ ਨੇ ਤੋਰੀ, ਇਹਨਾਂ ਨੂੰ ਵਿਖਾਵਾ ਕਰ ਲਈ, ਆ ਸਾਰਾ ਕੁਝ ਕਰਨਾ ਪਿਆ। ਸਿੱਖ ਸਦਭਾਵਨਾ ਦਲ ਨੇ ਵੀ ਕਿਹਾ ਅਸੀਂ ਅੰਮ੍ਰਿਤਧਾਰੀ ਲਿਆਵਾਂਗੇ, ਇਹਨਾਂ ਨੂੰ ਦਾੜੀਆਂ ਵੀ ਖੋਲ੍ਹਣੀਆਂ ਪਈਆਂ। ਸਿਰਸਾ ਖੁਦ ਦਾੜੀ ਰੰਗਦਾ ਸੀ, ਇਹਨੂੰ ਛੱਡਣੀ ਪਈ। ਔਰ ਅੱਗੇ ਇਹਨਾਂ ਨੇ ਕਿਰਪਾਨਾਂ ਵਾਲੇ ਲੱਭ ਕੇ ਲਿਆਉਣੇ ਆ। ਪਹਿਲਾਂ ਜੋ ਸ਼ਰਾਬੀ ਕਬਾਬੀ ਇਆਸ਼ੀ ਸਾਰੇ ਲਈ ਆਉਂਦੇ ਸੀਗੇ, ਹੁਣ ਇਹ ਵੀ ਕਹਿਣਗੇ ਕਿ ਅਸੀਂ ਗੁਰਦੁਆਰਿਆਂ 'ਚੋਂ ਰਾਜਨੀਤੀ ਬੰਦ ਕਰਾਂਗੇ। ਪਹਿਲਾਂ ਇਹੀ ਸਿਰਸੇ ਦੀਆਂ ਗੱਡੀਆਂ BJP ਦੇ ਝੰਡੇ ਲਾ ਕੇ ਅੰਦਰ ਆਉਂਦੀਆਂ ਸਨ, ਜਿਨ੍ਹਾਂ ਨੂੰ ਪਿਛਲੇ 16 ਦੇ ਵਿੱਚ ਅਸੀਂ ਉੱਥੇ ਬਾਹਰ ਖੜ ਕੇ 17 'ਚ ਰੋਕਿਆ। ਔਰ ਇਹ ਜੋ ਕੁਛ ਕਰ ਰਹੇ ਨੇ ਨਾ, ਇਹ ਸਿੱਖ ਨੀਤੀ ਤੋਂ ਬੁਖਲਾਏ ਹੋਏ ਕਰ ਰਹੇ ਆ। ਔਰ ਆਉਣ ਵਾਲੇ ਦਿਨਾਂ 'ਚ ਇਹਦਾ ਸੱਚ ਵੀ ਤੁਹਾਡੇ ਸਾਹਮਣੇ ਲਿਆਵਾਂਗੇ ਕਿ ਸੱਚਾਈ ਕੀ है। आपके ऊपर आरोप ये भी लगता है कि जैसे मौसम जो होता है उस तरीके से आप आते हैं, क्योंकि लगातार जब चुनाव का मौसम है तो अब आप दिखने लग गए हैं, लोगों की आवाज़ उठाने लग गए हैं। पिछले 4 साल से आप कहाँ थे जब लोगों की आवाज़ क्यों नहीं उठाई जा रहे थे? ऐसे भी आपके ऊपर जो है आरोप लग रहे हैं। ਇਹ ਇਹਨਾਂ ਨੂੰ ਪੁੱਛੋ ਜਿਹੜੇ ਆਰੋਪ ਲਾ ਰਹੇ ਆ ਵੀ ਪਿਛਲੇ 4 ਸਾਲ ਤੋਂ ਦਿੱਲੀ ਕਮੇਟੀ ਦਾ ਪ੍ਰਧਾਨ ਕੌਣ ਹੈ? ਸਿਰਸਾ? ਮੈਂ ਤਾਂ ਹੈ ਨਹੀਂ। पिछले 2 साल से 2 ਸਾਲ ਤੋਂ ਕਹਿ ਲਓ, ਪਿਛਲੇ 2 ਸਾਲ ਤੋਂ ਪ੍ਰਧਾਨ ਕੌਣ ਹੈ? ਸਿਰਸਾ? ਮੈਂ ਤਾਂ ਹੈ ਨਹੀਂ। ਔਰ ਜਿੱਦਣ ਸਾਨੂੰ ਤੁਸੀਂ ਬਣਾਓਗੇ ਨਾ, ਉਦਣ ਸਾਨੂੰ ਪੁੱਛਿਓ ਕਿ 2 ਸਾਲਾਂ ਦਾ ਕੰਮ 2 ਮਹੀਨਿਆਂ 'ਚ ਹੋਇਆ ਕਿ ਨਹੀਂ ਹੋਇਆ, 4 ਸਾਲਾਂ ਦਾ ਕੰਮ 4 ਮਹੀਨਿਆਂ 'ਚ ਹੋਇਆ ਕਿ ਨਹੀਂ ਹੋਇਆ। ਇਹ ਉਦਣ ਦੇ ਸਵਾਲ ਨੇ। ਔਰ ਰਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਮੌਸਮੀ ਗੱਲ, ਮੌਸਮੀ ਗੱਲ ਤਾਂ ਇਹ ਕਰ ਰਹੇ ਨੇ। ਚੋਣਾਂ ਆਈਆਂ, ਹਸਪੀਟਲ ਖੋਲ੍ਹਤੇ, ਚੋਣਾਂ ਆਈਆਂ MRI ਕਰਾਤੀ, ਚੋਣਾਂ ਆਈਆਂ ਉੱਥੇ ਲੰਗਰ ਸ਼ੁਰੂ ਕਰ ਦਿੱਤੇ, ਚੋਣਾਂ ਆਈਆਂ ਉੱਥੇ ਜ਼ਮਾਨਤਾਂ ਤੇ ਪਹੁੰਚ ਗਏ। ਇਹੀ ਲੋਕ ਨੇ। BJP ਇੱਕ ਬੰਨੇ ਉਹ ਆਪਣੇ ਕਾਨੂੰਨ ਪਾਸ ਕਰਦੀ ਹੈ ਜਿਹੜੇ ਕਿਸਾਨ ਮਾਰੂ ਨੇ, ਲੋਕ ਮਾਰੂ ਨੇ, ਉਹਨਾਂ ਦਾ MLA ਆ। ਔਰ BJP ਵਾਲੇ ਉਹ ਆਪਣੇ ਮੁੰਡੇ ਫੜਦੇ ਨੇ, ਉਹਨਾਂ ਨੂੰ ਡਾਂਗ ਫੇਰਦੇ ਨੇ ਤੇ BJP ਦਾ ਹੀ MLA ਉਹਨਾਂ ਨੂੰ ਛਡਾਉਣ ਚੱਲ ਜਾਂਦਾ ਹੈ। ਮੌਸਮੀ ਬਟੇਰੇ ਤਾਂ ਇਹ ਨੇ ਔਰ 10 ਸਾਨੂੰ ਰਹੇ ਨੇ। ਔਰ ਆਉਣ ਵਾਲੇ ਦਿਨਾਂ 'ਚ ਵੀ ਤੁਹਾਡੇ ਸਾਹਮਣੇ ਸਪਸ਼ਟ ਹੋ ਜਾਣਾ। ਔਰ ਜਿੱਦਣ ਸਾਨੂੰ ਲਿਆਓਗੇ ਉਦਣ ਪੁੱਛਿਓ ਵੀ ਤੁਸੀਂ ਕਿੱਥੇ ਸੀ, ਅਸੀਂ ਤਾਂ ਜੇ ਆਏ ਹੀ नहीं है। लेकिन मौजूदा कमेटी पर आप सवाल खड़े कर रहे हैं, लेकिन जब लॉकडाउन हुआ, लॉकडाउन में जिस तरीके से लंगर सेवा की गई है, उसके बाद दिल्ली पुलिस ने इनको ऑनर किया है। ਉਹ ਤਾਂ ਵੇਖੋ ਜੀ, ਆਟਾ ਵੇਚਦਾ ਕੌਣ ਫੜਿਆ ਗਿਆ ਸੀ? ਦਿੱਲੀ ਕਮੇਟੀ ਦਾ ਪ੍ਰਧਾਨ। ਔਰ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਚੋਰੀ ਦੇ ਪਰਚੇ ਦਰਜ ਹੋਏ ਨੇ। ਆ ਨਹੀਂ ਕਾਪੀ ਤੇ ਮੇਰੇ ਕੋਲ ਲੈ ਲਓ, ਆ ਇਹਦੇ ਤੇ ਹੀ ਹੋਏ ਆ ਨਾ ਸਿਰਸੇ ਤੇ। ਇਹ ਕਿਹੜੇ ਤੁਸੀਂ ਦਾਨ ਦੀ ਤੇ ਕਿਹੜੇ ਲੰਗਰ ਦੀ ਗੱਲ ਕਰਦੇ ਹੋ? ਦਿੱਲੀ ਕਮੇਟੀ ਦਾ ਪ੍ਰਧਾਨ ਆਟਾ ਵੇਚਦਾ ਫੜਿਆ ਗਿਆ। ਸ਼੍ਰੋਮਣੀ ਕਮੇਟੀ ਉੱਥੇ ਬਦਲ ਕੇ 12 ਲੱਖ ਦੀ ਸਬਜ਼ੀ ਖਾ ਗਏ ਉੱਥੇ ਤਖਤ ਕੇਸਗੜ੍ਹ ਸਾਹਿਬ। ਮੁਕਤਸਰ ਸਾਹਿਬ ਦਾ ਮੈਨੇਜਰ ਇਹਨਾਂ ਦਾ ਉੱਥੇ ਲਾਗੇ ਦਾ,
ਉਹ ਦੁੱਧ ਪੀ ਗਿਆ ਜੀ ਲੱਖ ਰੁਪਏ ਦਾ, ਔਰ 500 ਟਨ ਕਣਕ ਵੇਚ ਕੇ ਖਾ ਗਏ। ਇੱਥੋਂ ਤੱਕ ਕਿ ਬਾਦਲ ਕੇ 328 ਸਰੂਪ ਚੋਰੀ ਗੁਰੂ ਗ੍ਰੰਥ ਸਾਹਿਬ ਦੇ ਵੇਚ ਕੇ ਖਾ ਗਏ। ਇਹ ਲੰਗਰ ਇਹਨਾਂ ਥੋੜਾ ਲਾਏ ਸੀ, ਲੰਗਰ ਸੰਗਤਾਂ ਨੇ ਲਾਏ ਸੀ। ਉਲਟਾ ਜਿਹੜਾ ਲੰਗਰ ਸੰਗਤ ਵੱਲੋਂ ਦਾਨ ਕੀਤਾ ਪੈਸਾ ਸੀ, ਇਹ ਤਾਂ ਉਹ ਵੀ ਹੜਪ ਗਏ ਨੇ। तो अब आपकी क्या तैयारी है आने वाले दिनों में? जिस तरीके से चुनाव नज़दीक हैं, तो आप लोग कितनी पार्टियों पर चुनाव लड़ेंगे और आपका एम क्या होगा? ਸਾਡਾ ਉਹ ਸੀਟਾਂ ਤੇ 46 ਨੇ ਜੀ। ਏਮ ਸਾਡਾ ਇੱਕੋ ਹੀ ਹੈ, ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਲਈ ਗੁਰਦੁਆਰਿਆਂ ਨੂੰ ਸਿਆਸੀ ਲੋਕਾਂ ਤੋਂ ਆਜ਼ਾਦ ਕਰਾਉਣਾ। ਨੰਬਰ 2 ਗੁਰੂ ਦੇ ਅਦਬ ਨੂੰ ਬਹਾਲ ਕਰਨਾ। ਨੰਬਰ 3 ਇਹਨਾਂ ਗੋਲਕ ਚੋਰਾਂ ਤੇ ਕਮਿਸ਼ਨ ਬਿਠਾਉਣੇ। ਨੰਬਰ 4 ਦਵਾਈ ਪੜ੍ਹਾਈ ਤੇ ਕਮਾਈ ਦੇ ਸਾਧਨ ਇਹਨਾਂ ਬੱਚਿਆਂ ਨੂੰ ਦੇਣੇ ਜਿਹੜੇ ਗੁਰੂ ਘਰ ਚੋਂ ਆਸ਼ਾ ਰੱਖ ਕੇ ਆਉਂਦੇ ਨੇ ਕਿ ਸਾਨੂੰ ਮਿਲੇ। तो जिस तरीके से पिछली बार आपने बताया कि 28 सीटों पर आप चुनाव लड़े थे, इस बार 46 पर तैयारी है पूरी? ਜੀ 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 ਬਿਲਕੁਲ ਜੀ, ਉਹ ਤਾਂ ਤੁਹਾਡਾ ਪੁੱਛਣਾ ਹੀ ਸਾਡੀ ਤਿਆਰੀ ਹੈ। तो बिल्कुल ये थे बलदेव सिंह वडाला, जिन्होंने नवोदय टाइम्स पंजाब केसरी से खास बातचीत की। दिल्ली से कमल कुमार कंसल, नवोदय टाइम्स पंजाब केसरी टीवी।